2014 ਦੇ ਵਿੱਚ ਗੁਰਦੁਆਰਾ ਐਕਟ ਬਣਿਆ ਸੀਗਾ, ਹਰਿਆਣਾ ਸਰਕਾਰ ਨੇ ਬਣਾਇਆ ਸੀ। ਉਹਦੇ ਵਿੱਚ 18 ਮਹੀਨਿਆਂ ਵਾਸਤੇ ਐਡਹੌਕ ਕਮੇਟੀ 41 ਮੈਂਬਰੀ ਜਿਹੜੀ ਸੀ ਉਹਦਾ ਗਠਨ ਕਰਨਾ ਸੀਗਾ, ਜਿਨ੍ਹਾਂ ਨੇ 18 ਮਹੀਨੇ ਤੱਕ ਗੁਰਦੁਆਰਿਆਂ ਦਾ ਪ੍ਰਬੰਧ ਦੇਖਣਾ ਸੀ ਔਰ ਸਰਕਾਰ ਦੇ ਨਾਲ ਵਾਰਡਬੰਦੀ ਕਰਾਉਣੀ ਸੀ ਅਤੇ ਵੋਟਾਂ ਬਣਾਉਣੀਆਂ ਸੀਗੀਆਂ। ਪਰ ਉਹ ਮਾਮਲਾ ਸੁਪਰੀਮ ਕੋਰਟ 'ਚ ਚਲੇ ਗਿਆ। ਇਸ ਕਾਰਨ ਕਰਕੇ ਜਿਹੜੀ 18 ਮਹੀਨੇ ਦੀ ਕਮੇਟੀ ਸੀਗੀ, ਉਹ ਕਮੇਟੀ ਜਿਹੜੀ ਸੀ ਉਹ 8 ਸਾਲ ਤੱਕ ਲਗਾਤਾਰ ਚੱਲਦੀ ਰਹੀ। ਉਹ 8 ਸਾਲ ਤੱਕ ਲਗਾਤਾਰ, ਕਿਉਂਕਿ ਮਾਮਲਾ ਸੁਪਰੀਮ ਕੋਰਟ 'ਚ ਸੀਗਾ। ਹੁਣ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ। ਸੁਪਰੀਮ ਕੋਰਟ ਨੇ ਹਰਿਆਣਾ ਕਮੇਟੀ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਤਾਂ ਹੁਣ ਕਾਨੂੰਨੀ ਮਾਨਤਾ ਮਿਲਣ ਤੋਂ ਬਾਅਦ ਹਰਿਆਣਾ ਕਮੇਟੀ ਨੂੰ ਇਹ ਹਰਿਆਣਾ ਸਰਕਾਰ ਨੇ ਉਸ ਜਿਹੜਾ ਐਕਟ ਸੀ ਉਹਦੇ 'ਚ ਅਮੈਂਡਮੈਂਟ ਕੀਤੀ ਹੈ ਕਿ ਸਰਕਾਰ ਦੇ ਕੋਲ ਨਵੀਂ ਕਮੇਟੀ ਜਿਹੜੀ ਹੈ ਉਹ 18 ਮੰਥ ਵਾਸਤੇ ਬਣਾਉਣ ਵਾਸਤੇ ਅਧਿਕਾਰ ਹੋਵੇ। ਤਾਂ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਕਿ ਜਿਹੜੀ ਪਹਿਲੀ 41 ਮੈਂਬਰੀ ਕਮੇਟੀ ਸੀ ਉਹਨੂੰ ਡਿਜ਼ੋਲਵ ਕੀਤਾ ਗਿਆ ਔਰ ਨਵੀਂ ਜਿਹੜੀ 41 ਮੈਂਬਰੀ ਕਮੇਟੀ ਹੈ ਐਡਹੌਕ, ਉਹਦਾ ਐਲਾਨ ਕੀਤਾ ਜਾਏਗਾ। ਉਹਦੇ ਵਿੱਚ ਪੁਰਾਣੇ ਮੈਂਬਰ ਕਿੰਨੇ ਹੋਣਗੇ, ਨਵੇਂ ਕਿੰਨੇ ਹੋਣਗੇ, ਜਾਂ ਸਾਰੇ ਨਵੇਂ ਹੋਣਗੇ ਜਾਂ ਸਾਰੇ ਪੁਰਾਣੇ ਹੋਣਗੇ, ਇਹ ਹਰਿਆਣਾ ਸਰਕਾਰ ਦਾ ਅਧਿਕਾਰ ਖੇਤਰ ਹੈ। ਹਰਿਆਣਾ ਸਰਕਾਰ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਕਿ ਸਿੱਖ ਸੰਗਤਾਂ ਚਲਾਉਣ ਅਤੇ ਸਿੱਖਾਂ ਦੇ ਵਿੱਚੋਂ ਹੀ ਇਹ ਜਿਹੜੇ 41 ਮੈਂਬਰ ਨੇ ਉਹ चुने जाएंगे। बाबा जी, एक कैथल के नीम साहब गुरुद्वारा में एक मीटिंग हुई थी, उन्होंने 7 सदस्यीय कमेटी बनाई है और वही 7 सदस्यीय कमेटी जो है सिखों के हकों को फाइनल करेगी, सरकार से भी मिलेगी, इसके अलावा अन्य बातें भी तय देखो करेगी। उन्होंने आपको ये बोला है कि बलजीत सिंह दादूवाल प्रधान नहीं। देखो, ये जो बात है कई दिन पुरानी हो गई है, शायद 15-20 दिन पुरानी हो गई है। तो 15-20 दिनों में वो किस प्रशासन को मिले हैं, किस सरकार को मिले हैं, कोई न्यूज़ आई है? उनके पास क्या अधिकार है? कोई अधिकार नहीं। पहले उन्होंने जहां निम साहब में ही जिंडा साहब को प्रधान बनाया, उसके बाद जिंडा साहब को जिसने सरोपा दिया उसी ने जिंडा साहब से गले के उतार कर करनाल में अपने गले में डाल दिया। तो उसके बाद दोनों प्रधान नहीं चल सके तो फिर उन्होंने तीसरी 7 मेंबरी कमेटी बना दी। लेकिन 7 मेंबरी कमेटी का भी उन्होंने खुद भोग पा दिया कि वहाँ जो कुरुक्षेत्र में गुरुद्वारा पातशाही 6वीं ਵਿੱਚ 23 ਤਰੀਕ ਨੂੰ ਜਿਹੜਾ ਸ਼ੁਕਰਾਨਾ ਸਮਾਗਮ ਉਹਨਾਂ ਨੇ ਮਨਾਇਆ, ਉਹਦੇ ਵਿੱਚ 7 ਮੈਂਬਰੀ ਕਮੇਟੀ ਵੀ ਕਿਤੇ ਨਹੀਂ ਦਿਸੀ। ਸੋ ਇਸ ਕਾਰਨ ਕਰਕੇ ਗੈਰ ਕਾਨੂੰਨੀ ਗੱਲਾਂ ਸੀਗੀਆਂ, ਗੁੰਮਰਾਹਕੁਨ ਗੱਲਾਂ ਸੀਗੀਆਂ ਜਿਹੜੇ ਉਹ ਸਤਿਕਾਰਯੋਗ ਮੈਂਬਰ ਕਰ ਰਹੇ ਸੀ। ਮੈਂ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਹਰਿਆਣਾ ਕਮੇਟੀ ਦਾ, ਹਰਿਆਣਾ ਦੀਆਂ ਸਿੱਖ ਸੰਗਤਾਂ ਦਾ ਮਜ਼ਾਕ ਨਾ ਬਣਾਇਆ ਜਾਵੇ। ਆਪਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਖਰੇਵਾਂ ਹੈ ਤਾਂ ਉਹਨੂੰ ਹੈੱਡ ਆਫਿਸ ਦੇ ਵਿੱਚ ਬੈਠ ਕੇ, ਆਪਣਾ ਮੁੱਖ ਦਫ਼ਤਰ ਹੈ ਗੁਰਦੁਆਰਾ ਪਾਤਸ਼ਾਹੀ 6ਵੀਂ ਪਾਤਸ਼ਾਹੀ 9ਵੀਂ ਚੀਕਾ, ਉੱਥੇ ਬੈਠ ਕੇ ਉਹਦੀ ਗੱਲਬਾਤ ਜਿਹੜੀ ਉਹ ਕੀਤੀ ਜਾ ਸਕਦੀ ਹੈ। ਪਰ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਕਮੇਟੀ ਨਵੀਂ ਬਣਾਉਣ ਦਾ ਐਲਾਨ ਕਰ ਦਿੱਤਾ। ਹੁਣ ਨਾ ਤਾਂ ਕੋਈ 7 ਮੈਂਬਰੀ ਨਾ 9 ਮੈਂਬਰੀ, ਹੁਣ ਤਾਂ ਸਾਰੀਆਂ ਜਿਹੜੀਆਂ ਇਹ 9 ਮੈਂਬਰੀ 7 ਮੈਂਬਰੀ ਦਾ ਭੋਗ ਹੀ ਪੈ ਗਿਆ ਕਿ ਹੁਣ ਹਰਿਆਣਾ ਸਰਕਾਰ ਨੇ ਨਵੀਂ ਕਮੇਟੀ ਜਿਹੜੀ ਆ ਅਨਾਊਂਸ ਕਰਨੀ ਹੈ, ਜਿਨ੍ਹਾਂ ਨੇ 18 ਮਹੀਨਿਆਂ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਦੇਖਣਾ, ਵਾਰਡਬੰਦੀ ਕਰਾਉਣੀ ਹੈ, ਕਿਉਂਕਿ 40 ਹਲਕੇ ਬਣਨੇ ਨੇ, 9 ਮੈਂਬਰ ਨੋਮੀਨੇਟ ਹੋਇਆ ਕਰਨੇ, 49 ਦਾ ਜਰਨਲ ਹਾਊਸ ਪੂਰਾ ਹੋਣਾ ਬਾਅਦ ਵਿੱਚ, ਔਰ ਵੋਟਾਂ ਬਣਾਉਣੀਆਂ ਨੇ ਜਿਹੜੇ ਵੋਟਾਂ ਦੀ ਯੋਗਤਾ ਰੱਖਦੇ ਆ। ਮੈਂ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ 2014 ਦੇ ਵਿੱਚ ਜਦੋਂ ਚੌਧਰੀ ਭੁਪਿੰਦਰ ਸਿੰਘ ਹੁੱਡਾ ਨੇ ਕਮੇਟੀ ਨੂੰ ਗਠਨ ਕੀਤਾ ਸੀ ਤਾਂ ਬਹੁਤ ਸਾਰੇ ਐਸੇ ਜਿਹੜੇ ਕਮੇਟੀ ਦਾ ਮੈਂਬਰ ਬਣਨ ਦੀ ਯੋਗਤਾ ਨਹੀਂ ਰੱਖਦੇ ਸੀ, ਪੋਲੀਟੀਕਲ ਤੌਰ 'ਤੇ ਉਹਨਾਂ ਨੂੰ ਮੈਂਬਰ ਪਾ ਲਿਆ ਗਿਆ। ਬਹੁਤ ਸਾਰੇ ਬੇਅਮਰਤੀ ਹੈ ਜਿਨ੍ਹਾਂ ਅੰਮ੍ਰਿਤ ਵੀ ਨਹੀਂ ਛਕਿਆ ਹੋਇਆ, ਜਦੋਂ ਕਿ ਸਾਡਾ ਵੋਟਰ ਵੀ ਅੰਮ੍ਰਿਤਧਾਰੀ ਹੈ। ਮੈਂਬਰ ਤਾਂ ਅੰਮ੍ਰਿਤਧਾਰੀ ਹੋਏਗਾ ਹੀ ਜਿਹਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਵੇ, 5 ਕਕਾਰਾਂ ਦੀ ਮਰਜ਼ਾਦਾ ਧਾਰਨੀ ਹੋਵੇ। ਹੁਣ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੇ 41 ਮੈਂਬਰੀ ਨਵੀਂ ਐਡਹੌਕ ਬਣਾਉਣੀ ਹੈ ਸਾਰੇ ਅੰਮ੍ਰਿਤਧਾਰੀ ਹੋਣ, ਯੋਗਤਾ ਰੱਖਦੇ ਹੋਣ ਮੈਂਬਰ ਬਣਦੀ, ਔਰ ਜਿਨ੍ਹਾਂ ਦਾ ਧਾਰਮਿਕ ਖੇਤਰ ਹੋਵੇ, ਸਿੱਖਾਂ ਨਾਲ ਜਿਹੜੇ ਸਿੱਖਾਂ 'ਚ ਵਿਚਰਦੇ ਹੋਣ ਔਰ ਇਹਨਾਂ ਗੁਰੂ ਘਰਾਂ ਦੇ ਪ੍ਰਬੰਧ ਨੂੰ ਸੁਚੱਜਾ ਕਰਨ, ਧਰਮ ਪ੍ਰਚਾਰ ਪ੍ਰਸਾਰ ਵੱਲ ਧਿਆਨ ਦੇਣ। ਸਾਡੇ ਨਾਲ ਅਸੀਂ ਰਲ ਕੇ ਸਾਰੇ ਜਾਣੇ ਆ। ਹੁਣ ਕਿਹਨੂੰ ਬਣਾਉਣਾ ਸਰਕਾਰ ਨੇ ਮੈਂਬਰ, ਕਿਹਨੂੰ ਨਹੀਂ ਬਣਾਉਣਾ, ਇਹ ਤਾਂ ਬਣਨ ਤੋਂ ਬਾਅਦ ਪਤਾ ਲੱਗੇਗਾ। ਪਰ ਜਿਹੜੇ 41 ਮੈਂਬਰ ਬਣਨਗੇ ਉਹਨਾਂ ਨੇ ਫਿਰ ਬੈਠ ਕੇ ਆਪਣਾ ਪ੍ਰਧਾਨ, ਜਨਰਲ ਸੈਕਟਰੀ ਸਾਰਾ ਉਹਨਾਂ ਨੇ ਚੁਣਨਾ ਹੈ। तो जो उसमें पुराने मेंबर भी लिए जाएंगे या सारे के सारे मेंबर नए होंगे? ਇਹ ਹਰਿਆਣਾ ਸਰਕਾਰ ਦਾ ਅਧਿਕਾਰ ਖੇਤਰ ਹੈ। ਜਿਹੜਾ ਕੰਮ ਸਰਕਾਰ ਦੇ ਕਰਨ ਵਾਲਾ ਉਹ ਮੈਂ ਨਹੀਂ ਕਹਿ ਸਕਦਾ। ਮੈਂ ਤਾਂ ਸਿਰਫ ਇੰਨੀ ਅਪੀਲ ਕੀਤੀ ਹੈ ਕਿ ਜਿਹੜੇ ਵੀ ਮੈਂਬਰ ਪਾਏ ਜਾਣ ਉਹਨਾਂ ਦਾ ਧਾਰਮਿਕ ਪਿਛੋਕੜ ਹੋਵੇ, ਧਾਰਮਿਕ ਖੇਤਰ ਹੋਵੇ, ਅੰਮ੍ਰਿਤਧਾਰੀ ਹੋਣ, ਮੈਂਬਰ ਬਣਨ ਦੀ ਯੋਗਤਾ ਰੱਖਦੇ ਹੋਣ, ਕੋਈ ਸਿੱਖ ਸੰਗਤਾਂ ਨੂੰ ਉਹਨਾਂ ਦੀ ਮੈਂਬਰ ਬਣਨ ਦੀ ਯੋਗਤਾ 'ਤੇ ਇਤਰਾਜ਼ ਨਾ ਹੋਵੇ। ਇਹ ਮੈਂ ਮਾਣਯੋਗ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ ਨੂੰ, ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ। ਅਤੇ ਮੈਨੂੰ ਵੀ ਪੂਰਾ ਭਰੋਸਾ ਹੈ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਖੁਦ ਬਾਬਾ ਬੰਦਾ ਸਿੰਘ ਬਹਾਦਰ ਸੰਪਰਦਾ ਨਾਲ ਸੰਬੰਧ ਰੱਖਦੇ ਆ ਅਤੇ ਉਹ ਬਿਲਕੁਲ ਐਸੇ ਬੰਦਿਆਂ ਨੂੰ ਹੀ, ਐਸੇ ਮੈਂਬਰਾਂ ਦੀ ਹੀ ਚੋਣ ਕਰਨਗੇ कि ਜਿਹੜੇ ਮੈਂਬਰ ਯੋਗਤਾ ਰੱਖਦੇ ਹੋਣ ਮੈਂਬਰ ਬਣਨ ਦੀ। बाबा जी, आप भी धर्म प्रचारक हो, बाबा रहीम सिंह पैरोल पर आए हो, एक अलग तरीके का ही प्रचार कर रहे हैं।
वो समागम कर रहे हैं और लोगों को लड़का होने का आशीर्वाद दे रहे हैं। देखो पहली गल तो मैं ये गल कहनी चाहुंदा कि हरियाणा सरकार का एक नारा है कि बेटी पढ़ाओ बेटी बचाओ। जेकर तुसी बेटी पढ़ाओ बेटी बचाओ ਦਾ ਨਾਰਾ ਸਰਕਾਰ ਦੇ ਰਹੀ ਹੈ ਤੇ ਜਿਹੜਾ ਬੇਟੀ ਨੂੰ ਇਗਨੋਰ ਕਰਕੇ ਬੇਟਿਆਂ ਦੇ ਆਸ਼ੀਰਵਾਦ ਦੇ ਰਿਹਾ ਤੇ ਉਹ ਤਾਂ ਪਹਿਲਾਂ ਹੀ ਸ਼ੰਕਾ ਦੇ ਘੇਰੇ 'ਚ ਆ ਕਿ ਉਹਨੇ ਬੇਟਾ ਦਾ ਆਸ਼ੀਰਵਾਦ ਨਾਲੇ ਪਰਮਾਤਮਾ ਦੀ ਦੇਣ ਹੈ। ਰਾਮ ਰਹੀਮ ਕੌਣ ਹੈ ਕਿਸੇ ਨੂੰ ਬੇਟੀ ਬੇਟਾ ਦੇਣ ਵਾਲਾ? ਇਹ ਤਾਂ ਵਾਹਿਗੁਰੂ ਅਕਾਲ ਪੁਰਖ ਰਾਮ ਅੱਲਾ ਖੁਦਾ ਪਰਮਾਤਮਾ ਨੇ ਕਿਸੇ ਨੂੰ ਬੇਟੀ ਦੇਣੀ ਬੇਟਾ ਦੇਣਾ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਰਾਮ ਰਹੀਮ ਵੱਲੋਂ ਕੀਤੀਆਂ ਜਾ ਰਹੀਆਂ ਮੈਂ ਸਮਝਦਾ ਕਿ ਬਿਲਕੁਲ ਸਮਾਜ ਵਿਰੋਧੀ ਗੱਲਾਂ ਨੇ। ਤਾਂ ਹੀ ਉਹਨਾਂ ਦੀ ਪਰੋਲ 'ਤੇ ਸ਼ੰਕੇ ਖੜੇ ਹੋਏ। ਅਸੀਂ ਤਾਂ ਪਹਿਲਾਂ ਇਤਰਾਜ਼ ਕੀਤਾ ਸੀ ਤੇ ਹੁਣ ਦਿੱਲੀ ਦੀ ਮਹਿਲਾ ਕਮਿਸ਼ਨ ਦੇ ਜਿਹੜੇ ਹੈ ਚੇਅਰਮੈਨ ਉਹਨਾਂ ਨੇ ਵੀ ਸ਼ਾਇਦ ਜਿਹੜਾ ਹੈਗਾ ਇਹਦੇ 'ਤੇ ਇਤਰਾਜ਼ ਕੀਤਾ ਤੇ ਬਹੁਤ ਸਾਰਾ ਇਤਰਾਜ਼ ਇਹਦੇ 'ਤੇ ਉੱਠਿਆ ਕਿ ਰਾਮ ਰਹੀਮ ਦੀ ਪੈਰੋਲ ਰੱਦ ਕਰਕੇ ਉਹਨੂੰ ਵਾਪਸ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣਾ ਚਾਹੀਦਾ। ਨਾ ਤਾਂ ਕੋਈ ਬਾਬਾ ਹੈ ਨਾ ਕੋਈ ਗੁਰੂ ਹੈ, ਉਹ ਤਾਂ ਇੱਕ ਕਾਤਲ ਹੈ ਤੇ ਕੁਕਰਮੀ ਹੈ, ਬਲਾਤਕਾਰੀ ਹੈ। ਉਹ ਵੀ ਆਪਣੇ ਪੈਰੋਕਾਰਾਂ ਨਾਲ ਬਲਾਤਕਾਰ ਕਰਨ ਦਾ ਤੇ ਪੈਰੋਕਾਰਾਂ ਨੂੰ ਕਤਲ ਕਰਨ ਦਾ। ਤੇ ਇਹ ਅਸੀਂ ਨਹੀਂ ਕਹਿੰਦੇ, ਇਹ ਮਾਨਯੋਗ CBI ਦੀ ਕੋਰਟ ਕਹਿੰਦੀ ਹੈ ਕਿਉਂਕਿ ਇਹ ਕੋਈ ਇਲਜ਼ਾਮ ਨਹੀਂ ਹੈ, ਇਹ ਕੋਰਟ ਨੇ ਸਜ਼ਾ ਦਿੱਤੀ ਹੈ। ਜਾਂ ਤਾਂ ਤੁਸੀਂ ਨਿਆਂਪਾਲਕਾਂ ਨੂੰ ਨਹੀਂ ਮੰਨਦੇ, ਅਦਾਲਤ ਨੂੰ ਨਹੀਂ ਮੰਨਦੇ, ਜਾਂ ਤੁਸੀਂ ਦੇਖੋ ਜਿਹੜੇ ਸਾਡੇ ਹਜ਼ਾਰਾਂ ਲੋਕ ਅਜੇ ਵੀ ਗੁੰਮਰਾਹ ਹੋਏ ਭੈਣ ਭਰਾ ਆ, ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਰਾਮ ਰਹੀਮ ਦਾ ਖਹਿੜਾ ਛੱਡ ਕੇ ਆਪਣੇ ਮੂਲ ਧਰਮਾਂ 'ਚ ਆਓ। ਜਿਹੜੇ ਸਿਆਸੀ ਪਾਰਟੀਆਂ ਦੇ ਬੰਦੇ ਕੋਈ ਜਾ ਰਹੇ ਉਹਨਾਂ ਨੂੰ, ਉਹ ਪਾਰਟੀਆਂ ਨੂੰ ਚਾਹੀਦਾ ਕਿ ਉਹਨਾਂ ਵੱਲ ਦੇਖਣ ਕਿ ਜਿਹੜੇ ਬੰਦੇ ਜਾ ਕੇ ਕੀ ਉੱਥੇ ਜਾ ਕੇ ਕਤਲਾਂ ਨੂੰ ਪ੍ਰਮੋਟ ਕਰ ਰਹੇ ਨੇ, ਬਲਾਤਕਾਰਾਂ ਨੂੰ ਪ੍ਰਮੋਟ ਕਰ ਰਹੇ ਨੇ। ਜੇ ਉਹ ਪਖੰਡਵਾਦ ਨੂੰ, ਇਹੋ ਜਿਹੇ ਪਖੰਡੀ ਜਿਹੜਾ ਕਾਤਲ ਤੇ ਕੁਕਰਮੀ ਉਹਨੂੰ ਪ੍ਰਮੋਟ ਕਰ ਰਹੇ ਆ ਤਾਂ ਕੀ ਉਹ ਕਤਲਾਂ ਨੂੰ ਤੇ ਬਲਾਤਕਾਰਾਂ ਨੂੰ ਪ੍ਰਮੋਟ ਕਰ ਰਹੇ ਆ? ਇਸ ਕਰਕੇ ਉਹਨਾਂ ਸਿਆਸੀ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਤੇ ਉਹਨਾਂ ਨੂੰ ਆਪਣੇ ਜਿਹੜੇ ਆਗੂ ਨੇ, ਉਹਨਾਂ ਦੇ ਜਿਹੜੇ ਲੀਡਰ ਨੇ, ਉਹਨਾਂ ਦੀ ਲਗਾਮ ਖਿੱਚਣੀ ਚਾਹੀਦੀ ਹੈ। ਮੈਂ ਸਮਝਦਾ ਜਿਹੜੇ ਜਾ ਕੇ ਇਹੋ ਜਿਹੇ ਗੁੰਮਰਾਹਕੁੰਨ ਜਿਹੜਾ ਹੈ ਸਮਾਜ ਦੇ ਵਿੱਚ ਪ੍ਰਚਾਰ ਹੋ ਰਿਹਾ ਉਹਨੂੰ ਬੜਾਵਾ ਦੇ ਰਹੇ ਆ, ਇਹ ਬਿਲਕੁਲ ਬੰਦ ਹੋਣਾ ਚਾਹੀਦਾ ਤੇ ਰਾਮ ਰਹੀਮ ਦੀ ਪੈਰੋਲ ਰੱਦ ਕਰਕੇ ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਢੱਕਣਾ ਚਾਹੀਦਾ। ਥੈਂਕ ਯੂ।